ਸਤਿ ਸ਼੍ਰੀ ਅਕਾਲ ਦੋਸਤੋ। 14 ਜੂਨ ਨੂੰ ਇੰਡੀਅਨ ਗਵਰਨਮੈਂਟ ਨੇ ਇੰਡੀਅਨ ਆਰਮਡ ਫੋਰਸਿਸ ਵਿੱਚ ਭਰਤੀ ਲਈ ਇੱਕ ਨਵੀਂ ਸਕੀਮ ਸ਼ੁਰੂ ਕੀਤੀ ਹੈ ਜਿਸ ਦਾ ਨਾਮ ਰੱਖਿਆ ਗਿਆ ਹੈ ਅਗਨੀਪਥ। ਪਰ ਇਸ ਸਕੀਮ ਦੇ ਲਾਂਚ ਹੋਣ ਦੇ ਅਗਲੇ ਕੁਝ ਦਿਨਾਂ ਦੇ ਅੰਦਰ ਦੇਸ਼ ਦੇ ਕੁਝ ਸਟੇਟਸ ਜਿਵੇਂ ਕਿ ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਹਰਿਆਣਾ ਵਿੱਚ ਧਰਨੇ ਪ੍ਰਦਰਸ਼ਨ ਹੋਣ ਲੱਗੇ ਤੇ ਹੌਲੀ-ਹੌਲੀ ਦੇਸ਼ ਦੇ ਹੋਰ ਸੂਬਿਆਂ ਵਿੱਚ ਵੀ ਇਹਨਾਂ ਦਾ ਅਸਰ ਦੇਖਣ ਨੂੰ ਮਿਲਿਆ। ਕਈ ਜਗ੍ਹਾ ਇਹਨਾਂ ਪ੍ਰਦਰਸ਼ਨਾਂ ਨੇ ਹਿੰਸਕ ਰੂਪ ਵੀ ਲਿਆ, ਜਿੱਥੇ ਰੋਸ ਵਿੱਚ ਨੌਜਵਾਨਾਂ ਨੇ ਕਈ ਜਗ੍ਹਾ ਭੰਨ ਤੋੜ ਵੀ ਕੀਤੀ ਤੇ ਕਈ ਜਗ੍ਹਾ ਬੱਸਾਂ ਗੱਡੀਆਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਇਸ ਵੀਡੀਓ ਵਿੱਚ ਅਸੀਂ ਇਹ ਜਾਣਾਂਗੇ ਕਿ ਆਖਿਰ ਇਹ ਅਗਨੀਪਥ ਸਕੀਮ ਹੈ ਕੀ ਅਤੇ ਇਸ ਬਾਰੇ ਸਰਕਾਰ ਦਾ ਕੀ ਕਹਿਣਾ ਹੈ ਅਤੇ ਕਿਉਂ ਇਸ ਦਾ ਇੰਨਾ ਵਿਰੋਧ ਹੋ ਰਿਹਾ ਹੈ। ਇਸ ਲਈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ। ਤਾਂ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਦੋਸਤੋ, ਭਾਰਤ ਸਰਕਾਰ ਨੇ ਟੂਰ ਆਫ ਡਿਊਟੀ ਸਿਸਟਮ ਦੇ ਅੰਡਰ ਇਸ ਅਗਨੀਪਥ ਸਕੀਮ ਨੂੰ ਲਾਂਚ ਕੀਤਾ ਹੈ। ਟੂਰ ਆਫ ਡਿਊਟੀ ਸਿਸਟਮ ਜੇ ਆਮ ਭਾਸ਼ਾ ਵਿੱਚ ਸਮਝਣਾ ਹੋਵੇ ਤਾਂ ਇੱਕ ਅਜਿਹਾ ਸਿਸਟਮ ਹੈ ਜਿਸ ਵਿੱਚ ਸੋਲਜਰਸ ਨੂੰ ਟੈਂਪਰੇਰੀ ਬੇਸ ਉੱਪਰ ਡਿਫੈਂਸ ਫੋਰਸ ਵਿੱਚ ਭਰਤੀ ਕੀਤਾ ਜਾਂਦਾ ਹੈ ਤੇ ਇੱਕ ਫਿਕਸਡ ਟਾਈਮ ਪੀਰੀਅਡ ਤੋਂ ਬਾਅਦ ਉਹਨਾਂ ਵਿੱਚੋਂ ਜ਼ਿਆਦਾਤਰ ਨੂੰ ਜਾਂ ਫਿਰ ਸਾਰਿਆਂ ਨੂੰ ਡਿਫੈਂਸ ਫੋਰਸ ਵਿੱਚੋਂ ਡੀਕਮਿਸ਼ਨ ਜਾਂ ਕਹਿ ਲਓ ਰਿਟਾਇਰ ਕਰ ਦਿੱਤਾ ਜਾਂਦਾ ਹੈ। ਤਾਂ ਆਓ ਹੁਣ ਜਾਣਦੇ ਹਾਂ ਇਸ ਅਗਨੀਪਥ ਸਕੀਮ ਦੇ ਕੁਝ ਮੇਨ ਪੁਆਇੰਟਸ ਦੇ ਬਾਰੇ ਕਿ ਆਖਿਰ ਇਹ ਸਕੀਮ ਹੈ ਕੀ। ਟੂਰ ਆਫ ਡਿਊਟੀ ਸਿਸਟਮ ਦੇ ਅੰਡਰ ਅਗਨੀਪਥ ਸਕੀਮ ਵਿੱਚ ਸੋਲਜਰਸ ਨੂੰ 4 ਸਾਲ ਲਈ ਭਰਤੀ ਕੀਤਾ ਜਾਵੇਗਾ, ਜਿਸ ਵਿੱਚੋਂ 6 ਮਹੀਨੇ ਉਹਨਾਂ ਦੀ ਟ੍ਰੇਨਿੰਗ ਹੋਵੇਗੀ ਅਤੇ ਬਾਕੀ ਦੇ 3.5 ਸਾਲ ਸਰਵਿਸ ਹੋਵੇਗੀ। ਇਸ ਸਕੀਮ ਦੇ ਅੰਡਰ ਭਰਤੀ ਹੋਣ ਵਾਲੇ ਐਸਪੀਰੈਂਟਸ ਨੂੰ ਅਗਨੀਵੀਰ ਕਿਹਾ ਜਾਵੇਗਾ। ਜੇ ਗੱਲ ਕਰੀਏ ਪੁਰਾਣੇ ਸਿਸਟਮ ਦੀ ਤਾਂ ਉਸ ਵਿੱਚ ਸਰਵਿਸ ਜੋ ਸੀ ਉਹ 17-20 ਸਾਲ ਹੁੰਦੀ ਸੀ, ਜੋ ਕਿ ਕਈ ਕੇਸਿਸ ਦੇ ਵਿੱਚ ਵੱਧ ਜਾਂ ਘੱਟ ਵੀ ਹੋ ਸਕਦੀ ਸੀ। ਅਗਨੀਪਥ ਸਕੀਮ ਦੇ ਅੰਡਰ 45,000 ਤੋਂ 50,000 ਸੋਲਜਰਸ ਨੂੰ ਹਰੇਕ ਸਾਲ ਘੱਟ ਟਾਈਮ ਦੇ ਲਈ ਆਰਮਡ ਫੋਰਸਿਸ ਵਿੱਚ ਭਰਤੀ ਕੀਤਾ ਜਾਇਆ ਕਰੇਗਾ, ਜਿਨ੍ਹਾਂ ਵਿੱਚੋਂ ਸਿਰਫ 25% ਹੀ ਲੰਬੇ ਟਾਈਮ ਲਈ ਆਪਣੀ ਸਰਵਿਸ ਕਰਨਗੇ ਤੇ ਬਾਕੀ 75% ਨੂੰ 4 ਸਾਲ ਬਾਅਦ ਰਿਟਾਇਰ ਕਰ ਦਿੱਤਾ ਜਾਵੇਗਾ। ਜਿਹੜੇ 25% ਸੋਲਜਰਸ ਨੂੰ ਅੱਗੇ ਵੀ ਆਰਮੀ ਵਿੱਚ ਰੱਖਿਆ ਜਾਵੇਗਾ ਉਹ ਉਹਨਾਂ ਦੀ ਮੈਰਿਟ, ਉਹਨਾਂ ਦੀ ਇੱਛਾ ਤੇ ਮੈਡੀਕਲ ਫਿਟਨੈਸ ਤੇ ਡਿਪੈਂਡ ਕਰੇਗਾ। ਬਾਕੀ ਦੇ 75% ਅਗਨੀਵੀਰਾਂ ਨੂੰ ਉਹਨਾਂ ਦੇ ਸੇਵਾ ਨਿਧੀ ਪ੍ਰੋਗਰਾਮ ਵਿੱਚ ਜਮ੍ਹਾਂ 11 ਤੋਂ 12 ਲੱਖ ਰੁਪਏ ਦੇ ਕੇ ਰਿਟਾਇਰ ਕਰ ਦਿੱਤਾ ਜਾਵੇਗਾ। ਭਾਰਤ ਸਰਕਾਰ ਅਨੁਸਾਰ ਹੁਣ ਤੋਂ ਡਿਫੈਂਸ ਫੋਰਸਿਸ ਵਿੱਚ ਆਫੀਸਰ ਰੈਂਕ ਤੋਂ ਹੇਠਲੇ ਪੱਧਰ ਦੀਆਂ ਭਰਤੀਆਂ ਇਸੇ ਸਕੀਮ ਦੇ ਅੰਡਰ ਹੋਣਗੀਆਂ। ਫਿਰ ਉਹ ਚਾਹੇ ਕੋਈ ਵੀ ਆਰਮਡ ਫੋਰਸ ਹੋਵੇ, ਚਾਹੇ ਇੰਡੀਅਨ ਆਰਮੀ, ਚਾਹੇ ਇੰਡੀਅਨ ਨੇਵੀ ਜਾਂ ਫਿਰ ਇੰਡੀਅਨ 에ਅਰ ਫੋਰਸ। ਅਗਨੀਪਥ ਸਕੀਮ ਰਾਹੀਂ ਭਰਤੀ ਹੋਣ ਲਈ ਏਜ ਲਿਮਿਟ 17.5 ਤੋਂ 21 ਸਾਲ ਰੱਖੀ ਗਈ ਹੈ, ਪਰ ਇਸ ਸਾਲ ਲਈ ਇਹ ਲਿਮਿਟ ਨੂੰ 17.5 ਤੋਂ 23 ਸਾਲ ਤੱਕ ਵਧਾਇਆ ਗਿਆ ਹੈ, ਕਿਉਂਕਿ ਕੋਵਿਡ-19 ਕਰਕੇ ਪਿਛਲੇ 2 ਸਾਲਾਂ ਵਿੱਚ ਆਰਮੀ ਵਿੱਚ ਕੋਈ ਵੀ ਭਰਤੀ ਨਹੀਂ ਕੀਤੀ ਗਈ ਸੀ। ਪਹਿਲਾਂ ਜਿੱਥੇ ਭਰਤੀ ਰੈਜੀਮੈਂਟ ਸਿਸਟਮ ਬੇਸਡ ਹੁੰਦੀ ਸੀ, ਹੁਣ ਇਸ ਸਕੀਮ ਦੇ ਅੰਡਰ ਜੋ ਭਰਤੀ ਹੈ ਉਹ ਆਲ ਇੰਡੀਆ ਆਲ ਕਲਾਸ ਬੇਸ ਤੇ ਹੋਵੇਗੀ, ਜੋ ਕਿ ਸਾਲ ਦੇ ਵਿੱਚ 2 ਵਾਰ ਹੋਇਆ ਕਰੇਗੀ। ਹਾਲਾਂਕਿ ਸਰਕਾਰ ਨੇ ਬਿਆਨ ਵਿੱਚ ਇਹ ਕਿਹਾ ਹੈ ਕਿ ਇਸ ਨਾਲ ਰੈਜੀਮੈਂਟ ਸਿਸਟਮ ਨੂੰ ਨਹੀਂ ਹਟਾਇਆ ਜਾਵੇਗਾ, ਸਗੋਂ ਇਸ ਨਾਲ ਰੈਜੀਮੈਂਟ ਸਿਸਟਮ ਹੋਰ ਜ਼ਿਆਦਾ ਮਜ਼ਬੂਤ ਹੋਵੇਗਾ। ਹੁਣ ਇਹ ਤਾਂ ਆਉਣ ਵਾਲੇ ਟਾਈਮ ਵਿੱਚ ਹੀ ਪਤਾ ਚੱਲ ਸਕੇਗਾ ਕਿ ਇਸ ਨਾਲ ਰੈਜੀਮੈਂਟ ਸਿਸਟਮ ਕਿੰਨਾ ਮਜ਼ਬੂਤ ਹੁੰਦਾ ਹੈ ਤੇ ਕਿੰਨਾ ਨਹੀਂ। ਜੇ ਗੱਲ ਕਰੀਏ ਸੈਲਰੀ, ਪੈਨਸ਼ਨ ਤੇ ਹੋਰ ਫਾਇਦਿਆਂ ਦੀ, ਤਾਂ ਇਸ ਤਰ੍ਹਾਂ ਭਰਤੀ ਹੋਏ ਅਗਨੀਵੀਰਾਂ ਦੀ ਸੈਲਰੀ ਪਹਿਲੇ ਸਾਲ 30,000 ਰੁਪਏ ਪਰ ਮੰਥ ਹੋਵੇਗੀ, ਜੋ ਕਿ ਚੌਥੇ ਸਾਲ ਤੱਕ 40,000 ਤੱਕ ਪਹੁੰਚ ਜਾਵੇਗੀ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਸ ਸੈਲਰੀ ਦਾ 30% ਹਿੱਸਾ ਇੱਕ ਸੇਵਾ ਨਿਧੀ ਪੈਕੇਜ ਵਿੱਚ ਹਰ ਮਹੀਨੇ ਜਮ੍ਹਾਂ ਹੋਇਆ ਕਰੇਗਾ। ਫੋਟੋ ਵਿੱਚ ਤੁਸੀਂ ਦੇਖ ਸਕਦੇ ਹੋ ਕਿ 30,000 ਸੈਲਰੀ ਦਾ 30% ਹਿੱਸਾ, ਜੋ ਕਿ ਲਗਭਗ 9,000 ਰੁਪਏ ਬਣਦਾ ਹੈ, ਉਸ ਨੂੰ ਸੇਵਾ ਨਿਧੀ ਪੈਕੇਜ ਵਿੱਚ ਹਰ ਮਹੀਨੇ ਜਮ੍ਹਾਂ ਕੀਤਾ ਜਾਵੇਗਾ ਤੇ ਲਗਭਗ 9,000 ਰੁਪਏ ਹੀ ਸਰਕਾਰ ਵੀ ਹਰ ਮਹੀਨੇ ਇਸ ਪੈਕੇਜ ਵਿੱਚ ਆਪਣਾ ਯੋਗਦਾਨ ਦੇਵੇਗੀ। 4 ਸਾਲ ਬਾਅਦ ਇਹ ਰਕਮ 11.71 ਲੱਖ ਰੁਪਏ ਦੇ ਰੂਪ ਵਿੱਚ 4 ਸਾਲ ਬਾਅਦ ਰਿਟਾਇਰ ਹੋਣ ਵਾਲੇ ਅਗਨੀਵੀਰ ਨੂੰ ਦਿੱਤੀ ਜਾਵੇਗੀ, ਜਿਸ ਉੱਪਰ ਸਰਕਾਰ ਕੋਈ ਟੈਕਸ ਨਹੀਂ ਲਵੇਗੀ। ਪਰ ਆਫਟਰ ਰਿਟਾਇਰਮੈਂਟ ਅਗਨੀਵੀਰਾਂ ਨੂੰ ਕੋਈ ਪੈਨਸ਼ਨ ਨਹੀਂ ਮਿਲੇਗੀ ਤੇ ਜੇ ਕਿਸੇ ਅਗਨੀਵੀਰ ਦੀ ਡੈਥ ਇਹਨਾਂ 4 ਸਾਲਾਂ ਦੀ ਸਰਵਿਸ ਦੇ ਦੌਰਾਨ ਹੋ ਜਾਂਦੀ ਹੈ
ਤਾਂ ਉਸ ਨੂੰ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਤੋਂ ਇਲਾਵਾ ਬਾਕੀ ਬਚੀ ਸਰਵਿਸ ਦੀ ਫੁੱਲ ਪੇਮੈਂਟ ਦੇਣ ਦੀ ਗੱਲ ਆਖੀ ਗਈ ਹੈ। ਤੇ ਜੇ ਕਿਸੇ ਅਗਨੀਵੀਰ ਨੂੰ ਸਰਵਿਸ ਦੇ ਦੌਰਾਨ ਕੋਈ ਡਿਸੇਬਿਲਿਟੀ ਹੁੰਦੀ ਹੈ ਤਾਂ 44 ਲੱਖ ਤੱਕ ਦੀ ਸਹਾਇਤਾ ਰਾਸ਼ੀ ਦੀ ਗੱਲ ਕਹੀ ਗਈ ਹੈ। ਜੇ ਗੱਲ ਕਰੀਏ ਸਰਕਾਰ ਦੇ ਵਿਊ ਦੀ ਤਾਂ ਸਰਕਾਰ ਦੇ ਅਨੁਸਾਰ ਇਸ ਸਕੀਮ ਦੇ ਬਹੁਤ ਸਾਰੇ ਫਾਇਦੇ ਹਨ, ਜਿਨ੍ਹਾਂ ਵਿੱਚੋਂ ਸਰਕਾਰ ਦੇ ਅਨੁਸਾਰ ਇੱਕ ਵੱਡਾ ਬੈਨੀਫਿਟ ਇਹ ਹੋਵੇਗਾ ਕਿ ਆਰਮਡ ਫੋਰਸਿਸ ਵਿੱਚ ਨੌਜਵਾਨ ਮੁੰਡੇ ਕੁੜੀਆਂ ਨੂੰ ਭਰਤੀ ਹੋਣ ਦਾ ਮੌਕਾ ਮਿਲੇਗਾ ਤੇ ਸਾਡੀ ਡਿਫੈਂਸ ਫੋਰਸ ਦਾ ਨੌਜਵਾਨੀਕਰਨ ਹੋ ਸਕੇਗਾ। ਜੇ ਗੱਲ ਕਰੀਏ ਮੌਜੂਦਾ ਸਮੇਂ ਦੀ ਤਾਂ ਅੱਜ ਦੇ ਸਮੇਂ ਵਿੱਚ ਆਰਮਡ ਫੋਰਸਿਸ ਵਿੱਚ ਔਸਤ ਉਮਰ 32 ਸਾਲ ਹੈ, ਪਰ ਇਸ ਸਕੀਮ ਦੇ ਨਾਲ ਇਹ ਔਸਤ ਉਮਰ 4 ਤੋਂ 5 ਸਾਲ ਤੱਕ ਘਟਣ ਦਾ ਅੰਦਾਜ਼ਾ ਲਾਇਆ ਗਿਆ ਹੈ। ਇਸ ਤੋਂ ਬਿਨਾਂ ਸਰਕਾਰ ਦਾ ਇਹ ਕਹਿਣਾ ਹੈ ਕਿ ਇਸ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮਿਲਣਗੇ ਤੇ ਨਾਲ ਹੀ ਉਹਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਵੀ ਵਧੇਗੀ। ਇਸ ਸਕੀਮ ਦਾ ਇੱਕ ਹੋਰ ਫਾਇਦਾ ਜੋ ਦੱਸਿਆ ਜਾ ਰਿਹਾ ਹੈ ਉਹ ਇਹ ਹੈ ਕਿ ਇਸ ਨਾਲ ਸਰਕਾਰ ਦਾ ਸੈਲਰੀ ਅਤੇ ਪੈਨਸ਼ਨ ਉੱਪਰ ਹੋਣ ਵਾਲਾ ਖਰਚ ਕਾਫੀ ਹੱਦ ਤੱਕ ਘਟ ਜਾਵੇਗਾ। ਜੇ ਗੱਲ ਕਰੀਏ ਸਾਲ 2022 ਤੋਂ ਸਾਲ 2023 ਦੇ ਦੌਰਾਨ ਹੀ ਸਿਰਫ ਡਿਫੈਂਸ ਪੈਨਸ਼ਨਾਂ ਉੱਪਰ 1.9 ਲੱਖ ਕਰੋੜ ਦਾ ਖਰਚ ਹੋਣ ਦੀ ਉਮੀਦ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਖਰਚੇ ਨੂੰ ਬਚਾ ਕੇ ਇਹ ਪੈਸਾ ਨਵੀਂ ਟੈਕਨੋਲੋਜੀ ਉੱਪਰ ਲਗਾਇਆ ਜਾਵੇਗਾ, ਜਿਸ ਨਾਲ ਸਾਡੀਆਂ ਆਰਮਡ ਫੋਰਸਿਸ ਨੂੰ ਹੋਰ ਜ਼ਿਆਦਾ ਮਾਡਰਨ ਬਣਾਇਆ ਜਾ ਸਕਦਾ ਹੈ। ਤੇ ਇਸ ਤੋਂ ਬਿਨਾਂ 4 ਸਾਲ ਦੀ ਸਰਵਿਸ ਤੋਂ ਬਾਅਦ ਰਿਟਾਇਰ ਹੋਣ ਵਾਲੇ ਅਗਨੀਵੀਰਾਂ ਨੂੰ ਅਗਨੀਵੀਰ ਸਕਿੱਲ ਸਰਟੀਫਿਕੇਟ ਵੀ ਦਿੱਤੇ ਜਾਣਗੇ ਤੇ ਨਾਲ ਹੀ ਉਹਨਾਂ ਨੂੰ ਕੁਝ ਬ੍ਰਿਜ ਕੋਰਸਸ ਵੀ ਪ੍ਰੋਵਾਈਡ ਕੀਤੇ ਜਾਣਗੇ, ਜਿਸ ਨਾਲ ਉਹ ਬਾਅਦ ਵਿੱਚ ਹੋਰ ਨੌਕਰੀ ਲੈ ਸਕਦੇ ਆ। ਦੋਸਤੋ, ਹੁਣ ਸਵਾਲ ਇਹ ਉੱਠਦਾ ਕਿ ਜੇਕਰ ਇਸ ਸਕੀਮ ਦੇ ਇੰਨੇ ਫਾਇਦੇ ਹਨ ਤਾਂ ਫਿਰ ਇਸ ਦਾ ਇੰਨਾ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਕਾਰਨਾਂ ਵਿੱਚੋਂ ਇਸ ਦੇ ਵਿਰੋਧ ਦਾ ਇੱਕ ਮੇਨ ਕਾਰਨ ਹੈ ਕਿ ਜਿੱਥੇ ਇਸ ਸਕੀਮ ਵਿੱਚ ਪੈਨਸ਼ਨ ਤੇ ਹੋਰ ਬੈਨੀਫਿਟ ਨਹੀਂ ਹਨ, ਉੱਥੇ ਹੀ ਇਸ ਸਕੀਮ ਵਿੱਚ ਭਰਤੀ ਹੋਣ ਤੇ ਕੋਈ ਜੌਬ ਸਿਕਿਉਰਿਟੀ ਵੀ ਨਹੀਂ ਹੈ। ਜੇ ਗੱਲ ਕਰੀਏ ਇੰਡੀਅਨ ਆਰਮੀ ਦੀ ਤਾਂ ਇਸ ਵਿੱਚ ਹੇਠਲੇ ਪੱਧਰ ਤੇ ਭਰਤੀ ਹੋਣ ਵਾਲੇ ਜ਼ਿਆਦਾਤਰ ਨੌਜਵਾਨ ਨੇ ਜੋ ਉਹ ਛੋਟੇ ਪਿੰਡਾਂ ਜਾਂ ਛੋਟੇ ਸ਼ਹਿਰਾਂ ਦੇ ਹੁੰਦੇ ਨੇ ਤੇ ਅਕਸਰ ਹੀ ਉਹ 10ਵੀਂ ਜਾਂ 12ਵੀਂ ਦੀ ਪੜ੍ਹਾਈ ਕਰਕੇ ਆਰਮੀ ਜੁਆਇਨ ਕਰਦੇ ਨੇ ਤੇ ਜੇਕਰ 4 ਸਾਲ ਦੀ ਸਰਵਿਸ ਤੋਂ ਬਾਅਦ ਉਹਨਾਂ ਨੂੰ ਰਿਟਾਇਰ ਕਰ ਦਿੱਤਾ ਜਾਵੇਗਾ ਤਾਂ ਹਾਇਰ ਡਿਗਰੀ ਨਾ ਹੋਣ ਦੀ ਸੂਰਤ ਵਿੱਚ ਆਖਿਰਕਾਰ ਉਹ ਅਨਇੰਪਲੋਇਡ ਰਹਿ ਜਾਣਗੇ। ਉਹ ਇਹ ਇੱਕ ਵੱਡਾ ਕਾਰਨ ਹੈ ਜਿਸ ਕਰਕੇ ਨੌਜਵਾਨਾਂ ਵਿੱਚ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਇਸ ਸਕੀਮ ਦੀ ਇੱਕ ਹੋਰ ਕਮੀ ਹੈ ਕਿ ਟ੍ਰੇਨਿੰਗ ਦਾ ਸਮਾਂ ਸਿਰਫ 6 ਮਹੀਨੇ ਰੱਖਿਆ ਗਿਆ ਹੈ। ਬਹੁਤ ਸਾਰੇ ਐਕਸਪਰਟਸ ਦਾ ਇਹ ਮੰਨਣਾ ਹੈ ਕਿ 6 ਮਹੀਨੇ ਦੀ ਟ੍ਰੇਨਿੰਗ ਕਾਫੀ ਘੱਟ ਹੈ ਤੇ ਇਸ ਦਾ ਅਸਰ ਸੋਲਜਰਸ ਦੇ ਐਕਸਪੀਰੀਅੰਸ ਤੇ ਕੌਨਫੀਡੈਂਸ ਉੱਪਰ ਵੀ ਪਵੇਗਾ। ਐਕਸਪਰਟਸ ਦਾ ਇਹ ਵੀ ਮੰਨਣਾ ਹੈ ਕਿ ਇਸ ਨਾਲ ਸੋਲਜਰਸ ਦੀ ਆਪਣੇ ਦੇਸ਼ ਪ੍ਰਤੀ ਤੇ ਆਪਣੀ ਰੈਜੀਮੈਂਟ ਪ੍ਰਤੀ ਕਿਤੇ ਨਾ ਕਿਤੇ ਇਮਾਨਦਾਰੀ ਅਤੇ ਡਿਊਟੀ ਦੀ ਭਾਵਨਾ ਵਿੱਚ ਕਮੀ ਆ ਸਕਦੀ ਹੈ। ਤੁਸੀਂ ਖੁਦ ਸੋਚੋ, ਜਦ ਕਿਸੇ ਨੂੰ ਪਤਾ ਹੋਵੇ ਕਿ ਉਸ ਦਾ 4 ਸਾਲ ਤੋਂ ਬਾਅਦ ਆਰਮੀ ਵਿੱਚ ਰਹਿਣਾ ਹੀ ਪੱਕਾ ਨਹੀਂ ਤਾਂ ਕਿਵੇਂ ਉਹ ਆਪਣੀ ਜਾਨ ਨੂੰ ਖਤਰੇ ਵਿੱਚ ਪਾਵੇਗਾ। ਸੋ ਦੋਸਤੋ, ਇਹ ਕੁਝ ਗੱਲਾਂ ਸੀ ਅਗਨੀਪਥ ਸਕੀਮ ਬਾਰੇ ਤੇ ਇਹੋ ਜਿਹੀਆਂ ਸਕੀਮਾਂ ਵਰਲਡ ਦੇ ਹੋਰ ਦੇਸ਼ਾਂ ਵਿੱਚ ਵੀ ਐਟ ਪ੍ਰੈਜ਼ੈਂਟ ਚੱਲ ਰਹੀਆਂ ਨੇ। ਕਈ ਦੇਸ਼ਾਂ ਵਿੱਚ ਇਹ ਸਕੀਮਾਂ ਵਲੰਟਰੀ ਬੇਸ ਤੇ ਨੇ, ਜਾਣੀ ਕਿ ਨਾਗਰਿਕ ਆਪਣੀ ਮਰਜ਼ੀ ਨਾਲ ਡਿਫੈਂਸ ਫੋਰਸ ਵਿੱਚ ਕੁਝ ਮਹੀਨੇ ਜਾਂ ਸਾਲ ਦੀ ਸਰਵਿਸ ਕਰ ਸਕਦੇ ਹਨ, ਜਿਵੇਂ ਕਿ USA ਵਿੱਚ ਹੁੰਦਾ ਹੈ। ਕਈ ਦੇਸ਼ਾਂ ਵਿੱਚ ਇਹ ਸਕੀਮਾਂ ਮੈਂਡੇਟਰੀ ਬੇਸਿਸ ਉੱਪਰ ਲਾਗੂ ਕੀਤੀਆਂ ਗਈਆਂ ਨੇ, ਜਿਵੇਂ ਕਿ ਇਜ਼ਰਾਈਲ, ਨਾਰਵੇ, ਨਾਰਥ ਕੋਰੀਆ ਤੇ ਸਵੀਡਨ ਵਰਗੇ ਦੇਸ਼। ਇਹਨਾਂ ਦੇਸ਼ਾਂ ਵਿੱਚ ਹਰੇਕ ਨਾਗਰਿਕ ਨੂੰ ਕੁਝ ਟਾਈਮ ਡਿਫੈਂਸ ਫੋਰਸ ਦੇ ਵਿੱਚ ਸਰਵਿਸ ਕਰਨੀ ਹੀ ਪੈਂਦੀ ਹੈ। ਤੇ ਹੁਣ ਜੇ ਗੱਲ ਕਰੀਏ ਮੇਰੇ ਓਪੀਨੀਅਨ ਦੀ ਤਾਂ ਮੇਰੇ ਅਨੁਸਾਰ ਇਦਾਂ ਦੀ ਸਕੀਮ ਜੋ ਕਿ ਦੇਸ਼ ਦੇ ਇੱਕ ਵੱਡੇ ਵਰਗ ਦੇ ਉੱਪਰ ਆਪਣਾ ਅਸਰ ਪਾਉਂਦੀ ਹੈ, ਉਸ ਨੂੰ ਪਹਿਲਾਂ ਇੱਕ ਛੋਟੇ ਲੈਵਲ ਤੇ ਟੈਸਟ ਕਰਕੇ ਹੀ ਪੂਰੇ ਦੇਸ਼ ਵਿੱਚ ਲਾਗੂ ਕਰਨ ਦੀ ਗੱਲ ਸੋਚਣੀ ਚਾਹੀਦੀ ਹੈ, ਕਿਉਂਕਿ ਬਿਨਾਂ ਲੋਕਾਂ ਨੂੰ ਵਿਸ਼ਵਾਸ ਵਿੱਚ ਲਏ ਕਿਸੇ ਸਕੀਮ ਨੂੰ ਲਾਗੂ ਕਰਨ ਦੇ ਸਿੱਟੇ ਕਈ ਵਾਰੀ ਨੁਕਸਾਨਦਾਇਕ ਹੋ ਸਕਦੇ ਹਨ, ਜਿਵੇਂ ਕਿ ਅੱਜ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ। ਤੇ ਨਾਲ ਹੀ ਨੌਜਵਾਨਾਂ ਨੂੰ ਮੇਰੀ ਇਹ ਅਪੀਲ ਜ਼ਰੂਰ ਰਹੇਗੀ ਕਿ ਹਿੰਸਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੋ ਸਕਦੀ। ਜੇਕਰ ਤੁਸੀਂ ਤੋੜ ਭੰਨ ਕਰਦੇ ਜਾਂ ਕੁਝ ਨੁਕਸਾਨ ਕਰਦੇ, ਕਿਸੇ ਪਬਲਿਕ ਪ੍ਰਾਪਰਟੀ ਦਾ ਨੁਕਸਾਨ ਕਰਦੇ ਫੜੇ ਜਾਂਦੇ ਹੋ ਜਾਂ ਪੁਲਿਸ ਹਿਰਾਸਤ ਵਿੱਚ ਲਏ ਜਾਂਦੇ ਹੋ, ਤਾਂ ਉਸ ਤੋਂ ਬਾਅਦ ਜੇ ਤੁਹਾਡੇ ਉੱਪਰ ਕੋਈ ਕੇਸ ਬਣਦਾ ਹੈ ਤਾਂ ਫਿਰ ਪੱਕਾ ਹੀ ਤੁਸੀਂ ਆਰਮੀ ਨੂੰ ਜੁਆਇਨ ਨਹੀਂ ਕਰ ਸਕੋਗੇ। ਤਾਂ ਇਸ ਟਾਈਮ ਤੁਹਾਡਾ ਹੋਸ਼ ਤੋਂ ਕੰਮ ਲੈਣਾ ਵੀ ਕਾਫੀ ਜ਼ਰੂਰੀ ਹੈ। ਸੋ ਇਸ ਲਈ ਇਸ ਜੋਸ਼ ਦੇ ਨਾਲ ਹੋਸ਼ ਜ਼ਰੂਰ ਰੱਖੋ ਤੇ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਤੋਂ ਜਿੰਨਾ ਗੁਰੇਜ਼ ਕੀਤਾ ਜਾਵੇ ਉਨਾ ਵਧੀਆ ਹੈ। ਸੋ ਦੋਸਤੋ, ਇਹ ਸੀ ਕੁਝ ਤੱਥ, ਫਾਇਦੇ ਤੇ ਨੁਕਸਾਨ ਇਸ ਅਗਨੀਪਥ ਸਕੀਮ ਦੇ ਬਾਰੇ।
ਉਮੀਦ ਹੈ ਕਿ ਤੁਹਾਨੂੰ ਜਾਣਕਾਰੀ ਜ਼ਰੂਰ ਮਿਲੀ ਹੋਵੇਗੀ। ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਨਾਲ ਹੀ ਇਦਾਂ ਦੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਧੰਨਵਾਦ।